ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੈਂ ਤਿਹਾ ਹਮ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ। ਸਿਮਰਨ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਗੁਰ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ
ਦੋਹਰਾ ਬਚਨ ਸੁਣੇ ਨਿਜ ਸੁਤਨ ਕੇ ਸ੍ਰੀ ਨਾਨਕ ਗਤ ਦਾਏ ਸਭ ਕੇ ਸੁਣਤ ਸ਼ਲੋਕ ਇੱਕ ਉਚਰਿਓ ਬਦਨ ਬਣਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ 'ਤੇ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਜੋ ਸਤਿਗੁਰੂ ਜੀ ਜੋਤੀ ਜੋਤ ਸਮਾਉਣ ਲੱਗੇ ਨੇ, ਅਖੀਰਲੇ ਦਰਸ਼ਨ ਨੇ, ਔਰ ਗੁਰੂ ਸਾਹਿਬ ਜੀ ਜੋ ਬਚਨ ਬਲਾਚ ਕਰ ਰਹੇ ਨੇ, ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਬਚਨ ਸੁਣੇ ਨਿਜ ਸੁਤਨ ਕੇ ਸ੍ਰੀ ਨਾਨਕ ਗਤ ਦਾਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦੇ ਇਹ ਬਚਨ ਸੁਣੇ, ਇਹ ਬੇਨਤੀਆਂ ਸੁਣੀਆਂ ਕਿ ਸਤਿਗੁਰੂ ਜੀ ਅਸੀਂ ਆਪ ਜੀ ਦੇ ਪੁੱਤਰ ਹਾਂ, ਔਰ ਪਿਤਾ ਦੀ ਕੋਈ ਵੀ ਵਸਤੂ ਹੈ ਉਹਦੇ 'ਤੇ ਹੱਕ ਪੁੱਤਰਾਂ ਦਾ ਹੁੰਦਾ ਹੈ, ਪਰ ਸਤਿਗੁਰੂ ਜੀ ਤੁਸੀਂ ਆਪਣੀ ਥਾਂ 'ਤੇ ਭਾਈ ਲਹਿਣਾ ਜੀ ਨੂੰ ਬਿਠਾ ਕੇ ਉਹਨਾਂ ਨੂੰ ਗੁਰੂ ਅੰਗਦ ਦੇ ਬਣਾ ਦਿੱਤਾ। ਸਾਰੀਆਂ ਸ਼ਕਤੀਆਂ ਉਹਨਾਂ ਦੇ ਅੰਦਰ ਟਿਕਾ ਦਿੱਤੀਆਂ ਅਤੇ ਕਿਰਪਾ ਕਰੋ ਗੁਰੂ ਪਿਤਾ ਜੀ ਕਿ ਇਹ ਅਜ਼ਮਤਾਂ ਸਾਡੇ ਕੋਲ ਵੀ ਆਉਣਗੀਆਂ, ਇਹ ਤਾਕਤਾਂ ਸਾਨੂੰ ਵੀ ਮਿਲ ਸਕਦੀਆਂ ਨੇ ਕਿ ਇਹਨਾਂ ਤਾਕਤਾਂ ਤੋਂ ਅਸੀਂ ਖਾਲੀ ਰਹਾਂਗੇ। ਸਭ ਕੇ ਸੁਣਤ ਸਲੋਕ ਇੱਕ ਉਚਰਿਓ ਬਦਨ ਬਣਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਫਿਰ ਸਾਰੀ ਸੰਗਤ ਸੁਣ ਰਹੀ ਹੈ, ਬਾਬਾ ਬੁੱਢਾ ਜੀ ਕੋਲ ਬੈਠੇ ਨੇ, ਗੁਰੂ ਸਾਹਿਬ ਜੀ ਨੇ ਇੱਕ ਸਲੋਕ ਉਹ ਬਣਾ ਕੇ ਉਚਾਰਨ ਕੀਤਾ, ਔਰ ਉਸ ਸਲੋਕ ਦੇ ਰਾਹੀਂ ਜਿੱਥੇ ਬਾਬਾ ਸ਼੍ਰੀ ਚੰਦ ਨੂੰ ਬਾਬਾ ਲਖਮੀ ਦਾਸ ਨੂੰ ਸਮਝਾਇਆ, ਉੱਥੇ ਨਾਲ ਸਾਨੂੰ ਵੀ ਸਮਝਾਉਂਦੇ ਨੇ, ਸਾਰੀ ਸਿੱਖ ਸੰਗਤ ਨੂੰ ਸਮਝਾਇਆ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੈ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ, ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੇ ਮਿਥਿਆ ਕਰਮ ਸੱਚਾ ਨਿਸ਼ਾਨ। ਹੁਣ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਲੋਕ ਦੇ ਰਾਹੀਂ ਜੋ ਉਪਦੇਸ਼ ਦਿੱਤਾ ਹੈ, ਅਸਲ ਵਿੱਚ ਉੱਪਰਲੀਆਂ 5 ਪੰਕਤੀਆਂ, ਅਤੇ ਜੇ ਸਭ ਤੋਂ ਪਹਿਲੋਂ ਅਖੀਰਲੀ ਪੰਕਤੀ ਦੀ ਅਰਥ ਕਰੀਏ ਅਤੇ ਜਾਂ ਇਹ ਕਹਿ ਲਈਏ ਕਿ ਹਰ ਇੱਕ ਪੰਕਤੀ ਦੇ ਨਾਲ ਇਹ ਅਖੀਰਲੀ ਪੰਕਤੀ ਢੁਕਦੀ ਹੈ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ, ਇਹਦੇ ਪਹਿਲੋਂ ਅਖਰੀ ਅਰਥ ਕਰ ਲਈਏ। ਮਤੀ
ਆਪਣੇ ਮਨ ਦੇ ਮਤ ਦੇ ਮੁਤਾਬਕ ਜੋ ਕੁਛ ਮਿਥ ਲਿਆ ਉਹ ਮਨੁੱਖ ਕਰਦਾ ਰਿਹਾ, ਕਰਦੇ ਰਹੇ ਨੇ, ਕਰ ਵੀ ਰਹੇ ਨੇ, ਅੱਗੇ ਕਰਦੇ ਵੀ ਰਹਿਣਗੇ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਕਰਮ ਸੱਚਾ ਨਿਸ਼ਾਨ। ਇੱਥੇ ਕਰਮ ਦੇ ਅਰਥ ਨੇ ਬਖਸ਼ਿਸ਼, ਮਿਹਰ, ਕਿ ਉਸ ਰੱਬ ਦੇ ਪਰਮੇਸ਼ਰ ਦੀ ਮਿਹਰ ਦਾ ਜਿਹੜਾ ਨਿਸ਼ਾਨ ਹੈ ਉਹ ਸੱਚਾ ਹੈ। ਜੇ ਉਸ ਦੀ ਮਿਹਰ ਨਹੀਂ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਲੱਖ ਨੇਕੀਆਂ ਚੰਗਿਆਈਆਂ, ਬੰਦਾ ਲੱਖਾਂ ਹੀ ਨੇਕੀਆਂ ਕਰ ਲੈ, ਨੇਕੀਆਂ ਲੱਖਾਂ ਹੀ ਚੰਗੇ ਕੰਮ ਕਰੀ ਜਾਏ, ਆਪਣੀ ਮੱਤ ਦੇ ਮੁਤਾਬਕ ਹੀ ਕਰਨੇ ਨੇ ਨਾ। ਮੱਤ ਦੇ ਮੁਤਾਬਕ ਲੱਖ ਪੁੰਨਾ ਪ੍ਰਵਾਨ, ਲੱਖਾਂ ਹੀ ਪੁੰਨਾਂ ਵਾਲੇ ਜਿਹੜੇ ਪੁੰਨ ਕਰਮ ਨੇ ਉਹ ਕਰੀ ਜੇ। ਤੇ ਕਰਮ ਵੀ ਉਹ ਜਿਹੜੇ ਪ੍ਰਮਾਣਿਤ ਨੇ, ਜਿਨ੍ਹਾਂ ਨੂੰ ਪ੍ਰਮਾਣਤਾ ਦਿੱਤੀ ਗਈ ਕਿ ਕਰਮ ਕਰਨੇ ਚਾਹੀਦੇ ਨੇ, ਉਹ ਚੰਗਿਆਈਆਂ ਕਰਨੀਆਂ ਚਾਹੀਦੀਆਂ ਨੇ, ਨੇਕੀਆਂ ਕਰਨੀਆਂ ਚਾਹੀਦੀਆਂ ਨੇ, ਪੁੰਨਦਾਨ ਕਰਨਾ ਚਾਹੀਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਬੰਦਾ ਲੱਖਾਂ ਹੀ ਕਰਦਾ ਰਹੇ, ਜੇ ਉਹਦੀ ਮਿਹਰ ਨਹੀਂ ਮਿਲੀ, ਉਹਦੀ ਮਿਹਰ ਦੇ ਪਾਤਰ ਨਹੀਂ ਆਪਣੇ ਆਪ ਨੂੰ ਬਣਾਇਆ, ਤੇ ਫਿਰ ਪਾਕ ਕਰਮ ਜਿੰਨੇ ਮਰਜ਼ੀ ਕਰੀ ਜਾਏ। ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ। ਲੱਖਾਂ ਹੀ ਤਪ ਕਰੇ, ਲੱਖਾਂ ਤੀਰਥਾਂ ਦੇ ਉੱਤੇ ਜਾ ਕੇ ਬੈਠਾ ਰਹੇ, ਤੀਰਥਾਂ ਦੇ ਕੰਢਿਆਂ 'ਤੇ ਬਹਿ ਜੇ। ਹੁਣ ਇਹ ਕਰਮ ਜਿਹੜੇ ਨੇ ਅਸਲ ਵਿੱਚ ਵੀ ਸੌਖੇ ਨਹੀਂ। ਜੰਗਲਾਂ ਵਿੱਚ ਜਾਣਾ, ਤੀਰਥਾਂ 'ਤੇ ਜਾਣਾ ਕੋਈ ਸੌਖਾ ਤਾਂ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਲੱਖਾਂ ਹੀ ਵਾਰੀ ਭਾਵੇਂ ਜਾ। ਸਹਿਜ ਜੋਗ ਬੇਬਾਣ, ਉਸ ਰੱਬ ਨੂੰ ਮਿਲਣ ਦੇ ਲਈ ਭਾਵੇਂ ਬੀਆਬਾਨਾਂ ਜੰਗਲਾਂ ਦੇ ਵਿੱਚ ਤੂੰ ਮਿਲਾਪ ਲਈ ਅਭਿਆਸ ਕਰਦਾ ਰਹੇ। ਕੰਮ ਤੇ ਵੀ ਸੌਖਾ ਨਹੀਂ ਨਾ ਬੀਆਬਾਨਾਂ ਜੰਗਲਾਂ 'ਚ ਚਲਾ ਜਾਣਾ, ਪਰ ਜੇ ਉਹਦੀ ਮਿਹਰ ਨਹੀਂ, ਉਹਦੀ ਕਿਰਪਾ ਨਹੀਂ, ਤੇ ਜੰਗਲਾਂ ਵਿੱਚ ਬੈਠ ਕੇ ਭਾਵੇਂ ਲੱਖਾਂ ਹੀ ਸਾਲ ਤਪ ਕਰਦਾ ਰਹੋ, ਲੱਖਾਂ ਬੀਆਬਾਨ ਦੇ ਵਿੱਚ ਘੁੰਮਦਾ ਰਹੋ। ਲੱਖ ਸੁਰਤਣ ਸੰਗਰਾਮ, ਰਣਮੈ ਛੁਟੇ ਪ੍ਰਾਣ। ਸਤਿਗੁਰੂ ਜੀ ਕਹਿੰਦੇ ਨੇ ਭਾਈ ਲੱਖਾਂ ਹੀ ਨੇ ਜਿਹੜੇ ਵੇਦਾਂ ਨੂੰ, ਪੁਰਾਣਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ ਨੇ, ਪੜ੍ਹ ਕੇ ਵਿਚਾਰਨ ਵਾਲੇ ਨੇ, ਵਿਚਾਰਦੇ ਵੀ ਨੇ, ਸੁਣਾਉਂਦੇ ਵੀ ਨੇ। ਲੱਖ ਸੁਰਤੇ ਲੱਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਸਤਿਗੁਰੂ ਜੀ ਕਹਿੰਦੇ ਨੇ ਲੱਖਾਂ ਹੀ ਨੇ ਵੇਦਾਂ ਦੇ ਪਾਠੀ, ਪਾਠ ਕਰਨ ਵਾਲੇ। ਤੇ ਇਕੱਲਾ ਪਾਠ ਨਹੀਂ ਕਰਦੇ, ਪਾਠ ਜਿਹੜੇ ਨੇ ਸੁਰਤ ਨੂੰ ਟਿਕਾ ਕੇ ਕਰਨ ਵਾਲੇ ਨੇ। ਐਨ ਟਿਕ ਕੇ ਸੁਰਤ ਨੂੰ ਟਿਕਾ ਕੇ ਭਾਵੇਂ ਲੱਖਾਂ ਹੀ ਪਾਠ ਕਰੀ ਜਾਓ, ਲੱਖਾਂ ਹੀ ਵਿਚਾਰਾ ਕਰੀ ਜਾਓ, ਪਰ ਜੇ ਆਪਣੇ ਮਨ ਦੇ ਮਿਥੀ ਹੋਈ ਮੱਤ ਦੇ ਮੁਤਾਬਕ ਹੀ ਕਰਨਾ ਹੈ ਫਿਰ ਕਰੀ ਜਾਓ। ਕਿਉਂਕਿ ਗੁਰੂ ਸਾਹਿਬ ਨੇ ਅਖੀਰ ਤੇ ਜਿਹੜੀ ਕਿਰਪਾ ਕੀਤੀ ਹੈ, ਕਹਿੰਦੇ ਨੇ ਜਿਨ ਕਰਤਾ ਕਰਨਾ ਕੀਆ, ਲਿਖਿਆ ਆਵਣ ਜਾਣ। ਕਿ ਉਸ ਪਰਿਪੂਰਨ ਪਰਮਾਤਮਾ ਨੇ ਅਸਲ ਵਿੱਚ ਜੋ ਕੁਛ ਕੀਤਾ ਹੈ, ਜਿਹੜਾ ਆਉਣਾ ਜਾਣਾ ਲਿਖਿਆ ਹੈ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਮਰਨ ਲਿਖਾਏ ਮੰਡਲ ਮਹਿ ਆਏ, ਉਹ ਪਰਮੇਸ਼ਰ ਨੇ ਆਉਣਾ ਜਾਣਾ ਜਿਵੇਂ ਲਿਖ ਦਿੱਤਾ ਹੈ, ਇਹ ਤੇ ਉਵੇਂ ਹੁੰਦਾ ਰਹਿਣਾ ਹੈ। ਔਰ ਜਿੰਨੇ ਕਰਮ ਦੱਸੇ ਨੇ, ਕਹਿੰਦੇ ਜੇ ਤੇ ਮਨ ਦੀ ਮੱਤ ਪਿੱਛੇ ਲੱਗ ਕੇ ਕਰਨੇ ਨੇ ਫਿਰ ਕਰੀ ਚੱਲੋ, ਪਰ ਇਹ ਕਰਮ ਕਰਨੇ ਨੇ, ਛੱਡ ਨਹੀਂ ਦੇਣੇ। ਇਹਨਾਂ ਕਰਮਾਂ ਦੇ ਨਾਲ ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ ਕਰਮ ਸੱਚਾ ਨਿਸ਼ਾਨ। ਇਹਨਾਂ ਕਰਮਾਂ ਦੇ ਨਾਲ ਉਹਦੀ ਮਿਹਰ ਚਾਹੀਦੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਾਨੂੰ ਪੌੜੀ ਦਰ ਪੌੜੀ ਚੜ੍ਹਨਾ ਸਿਖਾਇਆ। 4 ਪੌੜੀਆਂ ਸੁਣਨ ਦੀਆਂ ਕਹੀਆਂ, 4 ਪੌੜੀਆਂ ਮੰਨਣ ਦੀਆਂ ਕਹੀਆਂ, ਕਿ ਜਿਨ੍ਹਾਂ ਨੇ ਸੁਣਿਆ, ਸੁਣ ਕੇ ਫਿਰ ਮੰਨ ਲਿਆ। ਇਹ ਪੌੜੀ ਦਰ ਪੌੜੀ ਚੱਲਦੇ ਅਖੀਰ ਤੇ ਪਾਵਨ ਬਚਨ ਇਹ ਕਹੇ ਕਿ ਨਾਨਕ ਨਦਰੀ ਨਜ਼ਰ ਨਿਹਾਲ। ਇਹ ਨਜ਼ਰੀ, ਇਹ ਨਜ਼ਰ ਜਿਹੜੀ ਹੈ ਇਹ ਬਖਸ਼ਿਸ਼ ਹੈ, ਇਹ ਉਹਦੇ ਕਰਮ ਹੈ, ਇਹ ਉਹਦੀ ਮਿਹਰ ਹੈ। ਤੇ ਮਿਹਰ ਤੋਂ ਬਿਨਾਂ ਕਹਿੰਦੇ ਕੀਤੇ ਹੋਏ ਕਰਮ ਜਿਹੜੇ ਨੇ ਆਪਣੇ ਮਨ ਦੇ ਪਿੱਛੇ ਚੱਲ ਕੇ ਫਿਰ ਜਿੰਨੇ ਮਰਜ਼ੀ ਕਰ ਲਏ, ਇਹਨਾਂ ਨੇ ਤਾਰਨਾ ਨਹੀਂ। ਹੁਣ ਇਹ ਕਹਿਣ ਤੋਂ ਭਾਵ ਅਰਥ ਇਹ ਹੈ ਕਿ ਜਿਹੜਾ ਸਿਮਰਨ ਹੈ, ਜਪ ਹੈ, ਤਪ ਹੈ, ਉਹ ਬਾਬਾ ਸ਼੍ਰੀ ਚੰਦ ਵੀ ਕਰਦੇ ਨੇ। ਸ਼੍ਰੀ ਚੰਦ ਦੇ ਬਾਰੇ ਤੇ
ਆਮ ਹੀ ਆਪਾਂ ਜਾਣਦੇ ਹਾਂ। ਪਰ ਬਾਬਾ ਲਖਮੀ ਦਾਸ ਜੀ ਜਪ ਤਪ ਉਹਨਾਂ ਦਾ ਵੀ ਛੋਟਾ ਨਹੀਂ, ਜਪ ਤਪ ਬੜੇ ਨੇ, ਪਰ ਉਹ ਗੁਰੂ ਦੇ ਜਿਹੜੇ ਕਰਮ ਹੈ, ਜਿਹੜੀ ਰਹਿਮਤ ਹੈ, ਮਿਹਰ ਹੈ, ਉਹਦੇ ਪਾਤਰ ਨਹੀਂ ਹਜੇ ਤੱਕ ਬਣੇ। ਔਰ ਧੰਨ ਭਾਈ ਲਹਿਣਾ ਜੀ ਉਹ ਪਾਤਰ ਬਣ ਗਏ, ਤੇ ਐਸੇ ਬਣੇ ਗੁਰੂ ਸਾਹਿਬ ਜੀ ਨੇ ਐਸਾ ਕਰਮ ਕੀਤਾ ਕਿ ਉਹਨਾਂ ਨੂੰ ਗੁਰੂ ਬਣਾ ਲਿਆ, ਆਪਣਾ ਅੰਗ ਬਣਾ ਲਿਆ। ਮਨ ਕੇ ਮਤ ਕਰੇ ਜੇ ਕੋਈ, ਏਕ ਸਿੱਧ ਨਹਿ ਕੈਸੇ ਹੋਈ। ਸਤਿਗੁਰੂ ਜੀ ਕਹਿੰਦੇ ਨੇ ਮਨ ਦੇ ਮਤ ਪਿੱਛੇ ਲੱਗ ਕੇ ਇਹਨਾਂ ਸਾਰਿਆਂ 'ਚੋਂ ਲੱਖਾਂ ਲੱਖਾਂ ਕਰਮ ਕਰੀ ਜਾਏ, ਜਿੰਨੇ ਮਰਜ਼ੀ ਕਰੇ, ਪਰ ਇੱਕ ਵੀ ਜਿਹੜਾ ਸਿੱਧਾ ਨਹੀਂ ਪੈਣਾ, ਇੱਕ ਵੀ ਪ੍ਰਵਾਨ ਨਹੀਂ ਹੋਣਾ। ਬਿਨਾ ਆਪਣੇ ਕਰਮ ਬੜਾਏ, ਕਿਨਹੂ ਪਾਏ ਖਬਰ ਨਾ ਰਾਈ। ਆਪਣੇ ਕਰਮਾਂ ਦੀ ਵਡਿਆਈ, ਆਪਣੇ ਕੀਤੇ ਹੋਏ ਕਰਮਾਂ ਦੀ ਵਡਿਆਈ ਨਹੀਂ ਮਿਲ ਸਕਦੀ। ਕਿਸੇ ਨੇ ਆਪਣੇ ਆਪ ਪਾਏ ਵੀ ਨਾ ਕੋਈ ਪਾ ਸਕਦਾ ਹੈ, ਪਰ ਇਹ ਕਰਮ ਜਦੋਂ ਉਹਦਾ ਹੋ ਜਾਏ, ਉਹਦੀ ਮਿਹਰ ਹੋ ਜਾਏ, ਇਹ ਕੀਤੇ ਹੋਏ ਕਰਮ ਵੀ ਸਿੱਧੇ ਹੋ ਜਾਂਦੇ ਨੇ। ਇਹ ਕੀਤੇ ਹੋਏ ਪੁੰਨ ਦਾਨ ਜਿਹੜੇ ਨੇ ਇਹ ਵੀ ਫਲੀਭੂਤ ਹੁੰਦੇ ਨੇ। ਇਹ ਕੀਤੇ ਹੋਏ ਜਪ ਤਪ ਵੀ ਫਿਰ ਲੇਖੇ ਲੱਗਦੇ ਨੇ। ਸ੍ਰੀ ਕਰਤਾਰ ਭਾਵੇ ਜੋਏ, ਹੋਤ ਪ੍ਰਤੱਖ ਬਾਤ ਹੈ ਸੋਈ। ਇੱਥੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਪੁੱਤਰ ਜਿੰਨੇ ਮਰਜ਼ੀ ਜਪ ਤਪ ਕਰੀ ਚੱਲੀਏ, ਜਦੋਂ ਸ੍ਰੀ ਕਰਤਾਰ ਨੂੰ ਜੋ ਕੁਝ ਪਾਉਂਦਾ ਹੈ ਨਾ, ਅਸਲ ਵਿੱਚ ਹੁੰਦਾ ਉਹ ਹੀ ਤੇ ਪ੍ਰਤੱਖ ਰੂਪ ਦੇ ਵਿੱਚ ਹੈ। ਕਿਉਂਕਿ ਲੈਣ ਦੇਣ ਸਭ ਤਾਹੇ ਅਧੀਨਾ, ਔਰ ਨ ਕਿਸਹੂ ਕੇ ਕਰ ਕੀਨਾ। ਇਹ ਜਿਹੜੀ ਲੈਣ ਦੇਣ ਦੀ ਗੱਲ ਤੁਸੀਂ ਕਰਦੇ ਜੇ ਨਾ, ਕਿ ਤੁਸੀਂ ਲੈਣਾ ਜਿਹਨੂੰ ਦੇ ਦਿੱਤੀਆਂ ਵਡਿਆਈਆਂ, ਇਹ ਵਡਿਆਈਆਂ ਦੇਣੀਆਂ ਜਾਂ ਲੈਣੀਆਂ ਸਾਡੇ ਹੱਥ ਵਿੱਚ ਵੀ ਨਹੀਂ, ਇਹ ਕਿਸੇ ਦੇ ਹੱਥ ਵਿੱਚ ਵੀ ਨਹੀਂ। ਲੈਣ ਦੇਣ ਸਭ ਤਾਹੇ ਅਧੀਨਾ, ਉਸ ਕਰਤਾਰ ਦੇ ਅਧੀਨ ਹੈ। ਔਰ ਨ ਕਿਸਹੂ ਕੇ ਕਰ ਕੀਨਾ, ਕਿਸੇ ਦੇ ਹੱਥ ਵਿੱਚ ਨਹੀਂ। ਇਹ ਵਡਿਆਈਆਂ ਧੁਰ ਦਰਗਾਹ ਤੋਂ ਮੱਥੇ ਤੇ ਭਾਗ ਲਿਖੋ ਹੋਏ ਨੇ, ਧੁਰ ਦਰਗਾਹ ਤੋਂ ਮਿਲੀਆਂ ਨੇ। ਸੁਣ ਕੈ ਸੁਤ ਦੋਨੋਂ ਮੁਰਝਾਨੇ, ਹੈ ਦੇਣ ਪੁੰਨ ਬਚਨ ਬਖਾਨੇ। ਹੁਣ ਗੁਰੂ ਸਾਹਿਬ ਜੀ ਨੇ ਜਦੋਂ ਇਹ ਗੱਲ ਸਮਝਾਈ ਕਿ ਪੁੱਤਰ ਸ਼੍ਰੀ ਚੰਦ ਲਖਮੀ ਦਾਸ ਲਹਿਣਾ ਜੀ ਨੇ ਜੋ ਕੁਝ ਲਿਆ ਹੈ, ਉਹਨਾਂ ਨੇ ਆਪਣੀ ਮਿਹਨਤ ਕਰਕੇ ਨਹੀਂ ਲਿਆ। ਮਿਹਨਤ ਉਹਨਾਂ ਨੇ ਕੀਤੀ, ਸਤ ਬਚਨ ਕਰਕੇ ਸੇਵਾ ਕੀਤੀ ਔਰ ਅਣਥੱਕ ਸੇਵਾ ਕੀਤੀ। ਪਰ ਇਹ ਸਿਰਫ ਸੇਵਾ ਕਰਕੇ ਜਾਂ ਮਿਹਨਤ ਕਰਕੇ ਨਹੀਂ, ਇਹ ਲੈਣ ਦੇਣ ਦੀ ਵਡਿਆਈ ਜਿਹੜੀ ਹੈ ਰੱਬ ਦੇ ਕਰਤਾਰ ਦੇ ਹੱਥ ਵਿੱਚ ਹੈ ਤੇ ਧੁਰ ਤੋਂ ਨੂੰ ਮਿਲੀ ਹੈ। ਇਹ ਸੁਣ ਕੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ ਦੋਵੇਂ ਜਿਹੜੇ ਨੇ ਉਦਾਸ ਹੋ ਗਏ, ਦੀਨ ਹੋ ਗਏ। ਹੁਣ ਜਦੋਂ ਦੀਨ ਹੋਏ ਨੇ, ਹੱਥ ਜੋੜ ਕੇ ਬਚਨ ਕੀਤੇ, ਚਿਹਰੇ ਜਿਹੜੇ ਕੁਮਲਾ ਗਏ। ਨਹੀਂ ਹਮਾਰੋ ਚਾਰੋ ਕੋ, ਜੋ ਭਾਵੇ ਤਿਉ ਕਰੀਏ ਸੋ। ਹੁਣ ਦੋਵਾਂ ਨੇ ਬਸ ਇਹੀ ਗੱਲ ਚਾਹੀਦੀ ਸੀ, ਨਿਮਰਤਾ ਇਹ ਚਾਹੀਦੀ ਸੀ ਕਿ ਜਿਹੜੀ ਅੱਜ ਤੱਕ ਸਮਝ ਨਹੀਂ ਆਈ। ਅੱਜ ਅਖੀਰਲੇ ਸਮੇਂ ਗੁਰੂ ਪਿਤਾ ਦੇ ਦਰਸ਼ਨ ਕੀਤੇ ਨੇ ਤੇ ਹੁਣ ਇਹ ਸਮਝ ਲੱਗ ਗਈ, ਅੰਦਰੋਂ ਨਿਮਰ ਸੱਚੀ ਮੁੱਚੀ ਹੋ ਗਈ ਕਿ ਇਹ ਸਤਿਗੁਰੂ ਗੁਰੂ ਪਿਤਾ ਜੀ, ਸਾਡਾ ਹੁਣ ਕੋਈ ਚਾਰਾ ਨਹੀਂ। ਹੁਣ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਕਰ ਦਿਓ, ਕਿਉਂਕਿ ਵਡਿਆਈਆਂ ਜੇ ਕਰਤਾਰ ਦੇ ਹੱਥ ਵਿੱਚ ਹੈ ਤੇ ਕਰਤਾਰ ਤੁਸੀਂ ਆਪ ਹੀ। ਇਹ ਜਿਵੇਂ ਤੁਹਾਨੂੰ ਪਾਉਂਦਾ, ਜਿਹਨੂੰ ਵਡਿਆਈਆਂ ਦੇਣੀਆਂ ਨੇ ਉਸੇ ਨੂੰ ਦਿਓ। ਜਗ ਮਹਿ ਮਨਤਾ ਹੈ ਨਾ ਹਮਾਰੀ, ਕੋਈ ਨਾ ਦੇਵੈ ਭੇਟ ਅਗਾਰੀ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ, ਸਤਿਗੁਰੂ ਜੀ ਫਿਰ ਸਾਡੇ ਤੇ ਜੱਗ ਵਿੱਚ ਮਨਤਾ ਨਹੀਂ ਹੋਣੀ, ਸਾਡਾ ਤਾਂ ਕਿਸੇ ਸਤਿਕਾਰ ਨਹੀਂ ਕਰਨਾ, ਸਾਨੂੰ ਤਾਂ ਕਿਸੇ ਨੇ ਭੇਟਾ ਨਹੀਂ ਦੇਣੀ, ਕਿਉਂਕਿ ਅਸੀਂ ਆਪ ਜੀ ਦਾ ਹੁਕਮ ਹੀ ਨਹੀਂ ਮੰਨਿਆ, ਕਦੇ ਨਹੀਂ ਮੰਨਿਆ। ਨਾਮ ਲਾਜ ਤੁਮਹੇ ਕੋ ਸਾਰੇ, ਯੋਂ ਕਹਿ ਮੁਖ ਤੇ ਤੂਸ਼ਣ ਧਾਰੇ। ਪਰ ਸਤਿਗੁਰੂ ਜੀ ਨਾਮ ਦੀ ਲਾਜ ਤੇ ਤੁਹਾਨੂੰ ਲੱਗਣੀ ਹੈ। ਲੋਕਾਂ ਤੇ ਹੀ ਕਹਿਣਾ ਨਾ ਕਿ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਨੇ, ਪੁੱਤਰ ਤੇ ਤੁਹਾਡੀ ਅਖਵਾਉਣਾ ਹੈ ਨਾ।
ये कह के बाबा श्री चंद जी चुप हो गए। गुण खाने सुन करना ठानी, बोले सुतन संग पुन बानी। गुणा दे खाण भाव सतगुरु धन गुरु नानक साहब जी ने फिर उदों किरपा की, बचन किए ते मुस्कुराते हुए कहन लगे, रिद्ध सिद्ध सब हैव कुल माही, पट धन धाम तोट कब नाही। सतगुरु जी कहते हैं पुत्र तुहाडे कुल दे विच रिद्धियां सिद्धियां ने, ये रिद्धियां सिद्धियां आ जाणगियां, कोई वड्डी गल नहीं। कपड़े का धन का रुपये पैसे का घर का किसी तरह का कोई टोटा तुहानूं आएगा नहीं। गुरु पेर के जो है सुआना, तिन को माने जगत महाना। सतगुरु जी कहते हैं पुत्र गुरु पेरां दे जिहड़े कुत्ते हुंदे ने ना, कुकर, लोग तो उन्होंने भी मनते हैं। तिन को माने जगत महाना, लोग तो उन्होंने की मनौत भी करते हैं, उन्होंने भी मनते हैं। तुम तो तात भय मुझ तन ते, भेटा क्यों न दे हित मन ते। पुत्र तुसी तो फिर मेरे पुत्र हो, मेरे तन तो पैदा होए, तुहाडा सत्कार क्यों ना होएगा, तुहानूं भेटा क्यों ना मिलेगी, तुहानूं लोग तुहाडा सत्कार क्यों ना करनगे। करामात है वो है तुम माही, सिख हमारे सर्ब उपजाही। ये अखेरले समय आप जी ने कल जिहड़ी कथा सरवण कीते, धन गुरु नानक साहब जी ज्योति जोत समा गए सन। बाबा श्री चंद ने आके अरदास की, सतगुरु जी दो कु घड़ियां भावें आके दर्शन दो, अंत वेले सानू कुछ बचन तो करो। ये गुरु साहब जी उस जिथे ज्योति जोत समाए ने उत्थे उठ के बैठे हुए ने, दो घड़ियां भी आए ने। सतगुरु जी उपदेश देंदे ने कि करामाता रिद्धियां सिद्धियां पुत्र ये तुहाडे कोल होणगियां, साडे सारे सिख तुहाडा सत्कार करनगे। जगत बिराजो सब ते उच्चे, तुमरे समता को ना पहुँचे। जगत विच तुहानूं थां सब तो उच्ची मिलेगी। गुरु पुत्र हो ते बाबा श्री चंद नूं, बाबा लक्ष्मी दास नूं सतगुरु कहते हैं तुहाडे बराबरी होर कोई कर भी नहीं सकेगा। पर जिहड़ी गल है गुरता दी, वो तो जिंदे भागां विच सी, जिन्हों मिलनी सी वो तो उन्होंने ही मिलनी है। सुनो परंतु जो शब्द बढ़ाए, सो अंगत न नीके पाए। पर सतगुरु जी कहते हैं पुत्र सुनो ध्यान नाल, जिहड़ी शब्द की वडियाई है ना, वो तो धन गुरु अंगद देव जी ने ही प्राप्त की है, उन्होंने ही मिली है। हृदय विचार लहो तुम देखे, जो लेने की काल बसेखी। सतगुरु जी कहते हैं पुत्र इनू चंगी तरह हिरदे च विचार भी लियो, बाद विच ईर्खा भी ना रखियो। कि जिस तरह धन गुरु अंगद देव जी ने भाई लैणा के रूप दे विच घर ना घर की कमाई की, उन्होंने कमाई भी है और फिर उस परमेश्वर की नज़र भी है। निरंकार रहियो गुर जिस देव, निरंकार रहियो अनुसारे। हृदय सदैव सेव जिस प्यारे। कहते उन्होंने अंदर कदे भी हंकार नहीं आया, निरंकार रहे, वो सदा ही साडी आग्या दे विच रहे। हिरदे दे विच इन्ना प्यार से, प्यार दे विच भिज के सेवा की, और आग्या भी इवें दी आग्या भी मन्नी कि आयस विखे बिलम न कीते, सुधे होए अथवा विपरीते। नाले गुरु साहब जी मुस्कराए, हसद्या होया कहते हैं कि साडी आग्या मनण विच भाई लैणा जी ने रत्ता पर भी देर नहीं की, और वो साडी आग्या भावें कोई सीधी सी ते भावें बिल्कुल पुट्ठी सी, क्योंकि पुट्ठी हुई सी ना जदों कहा सी मुर्दे नूं खाओ। 7 वचन जी हुक्म करो, पैरों वाले पासों खावां कि सिर वाले पासों खावां। उन्होंने साडी आग्या नहीं मोड़ी, भावें सीधी सी भावें पुट्ठी सी।
जे क्या चादर धो के लियाउणियां ने, मीह पैंदा है भावें रात की ठंड है, उन्हें क्या 7 वचन धो के भी लियावांगा, सुका के भी लियावांगा। साडी आगे उन्हें कदे नहीं मोड़ी। अवर कहे गुण अंगद केरे, पुण तूषण किए प्रभु बडेरे। सतगुरु धन गुरु नानक साहिब जी ने उस वेले धन गुरु अंगद देव जी के कुछ गुण होर कह के सुनाए कि पुत्र तुहाडे सामने ही है। मरी हुई चूही ने क्या चुक के बाहर सुटू, उन्हें बिल्कुल नहीं देखा, बिल्कुल नहीं देखा कि किवें चुकना है। कोई लियावा कपड़ा लियावा, कागज लियावा, बस हाथ नाल फड़िया सुट आए। जे उन्होंने हुक्म किया कि बर्तन चिक्कड़ में डिग्या है, तो उन्हें बिल्कुल नहीं देखा कि कपड़े मैं धोते हुए पाए ने, विच किवें वड़ा। उस वेले छाल तुहाडे सामने मारी ना। पहले दिन आए सन नहा धो के चिट्टे कपड़े पा के, उदण इन्हें दिन सिर ते चुकाया सी, और बिल्कुल नहीं कपड़े वाले देखा, नदीन भी चुकया। 7 साल उन्होंने सेवा की, और एक भी ऐसा वचन नहीं कि जिहड़ा उन्होंने साडा कदे मोड़िया होवे। कहण तो पहलों मनते सन। इस तरह कुछ गुण गुरु साहब जी कह के फिर चुप हो गए। दोए घटे दे दर्शन औरी, नर 1000 बंदे कर जोरी। कोई 1-2 घड़ियां गुरु साहब जी ने इस तरह दर्शन दिते। हज़ारां ही सिख ने जिहड़े उत्थे हाथ जोड़ के सामने खड़े सन, कोई बैठे सन, दर्शन कर रहे हैं। दोहरा सिर सतगुर समचित, प्रभु बैठे बिच सुहाए। कवि संतोख सिंह जी लिखते हैं कि धन गुरु सतगुरु नानक देव सच्चे पातशाह जी उस वेले ऐन शांत चित, खिड़िया होया चेहरा, ते उस आसन के उत्ते बैठे ने जिथे ज्योति जोत समाए सन, जिथे हुण समा जाना है। मुख प्रसन्न सम चंद्र को, उडगण सिख समुदाय। इत्थे एक उदाहरण दी कि धन गुरु नानक देव सच्चे पातशाह जी का चेहरा खिड़िया होया इस तरह मुस्कुरा रहे थे, इस तरह लग रहे सी कि जिवें उन्हां दे सिख ये संगतां हज़ारां की गिनती में जिहड़ियां आईयां ने, ये तारे होण, ते इन्हां तारियां दे विच सतगुरु धन गुरु नानक साहिब जी चंद्रमा बन के प्रकाश दिंदे होण। दोहरा दिपत तेज मुख, कांत विशाली। बाल असमाले युत लाले। इत्थे कविराज ने उदाहरण दिते गुरु साहब के उस वेले सोहने स्वरूप की कि सतगुरु जी इस तरह प्रकाशमान सन, उन्हों का चेहरा इस तरह चमक रहा सी कि जिवें बाल अवस्था दे विच, बाल अवस्था भाव जिवें सूरज हजे उगदा ही होवे, और आप जो वेखते हो उगदा होया सूरज बहुता लाल नज़र आता है। इस तरह गुरु साहब का चेहरा जिहड़ा वो लालियां दे विच है, उगदे हुए सूरज की तरह है। ज्ञान किरण ते रहु प्रकाशे, सेवक रिद अरबिंद बिगासे। सूरज दियां किरणां धरती ते आउंदियां ने, चानण दिंदियां ने, और धन गुरु नानक साहब जी के उस वेले जिहड़े बोल सन वो ज्ञान दियां किरणां ने कि जिहड़े गुरु के सिखां दे हिरदियां दे विच प्रकाश कर रही ने। परे कृपा रस नैन रसीले, हित उपकार सुशील छबीले। धन गुरु नानक देव सच्चे पातशाह जी दे उस वेले नेत्र जिहड़े ने वो किरपा दे नाल, किरपा दे रस दे नाल भरे हुए ने। परोपकार हित वो जीवन दे विच, संसार दे विच आए, ते अज परोपकार दे लई वो चौंकड़ा मार के उस आसन ते बैठे ने, और वो ज्योति जोत समाउण तो पहलों भी सिखां दे उत्ते परोपकार कर रहे हैं। सब दिश देखत करत कृतारथ, दर्शे बृंद पाए परमारथ। सतगुरु जी सारे पासे वेख रहे हैं, संगतां नूं दर्शन दे के उन्हां नूं करतारथ कर रहे हैं। तिस पेखन बुढ़े द्वै कर जोरे, दृष्ट लाए पद पंकज ओरे। कहते उस वेले फिर धन बाबा बुढ़ा साहिब जी वो उठ के सतगुरु के चरणों वाले पासे आए,
ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ। ਫਿਰ ਸਾਹਮਣੇ ਹੱਥ ਜੋੜ ਕੇ ਖਲੋ ਗਏ ਅਤੇ ਇਸ ਤਰ੍ਹਾਂ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਗੁਰੂ ਜੀ ਬਚ ਸੁਣਬੇ ਕਹਿ ਅਰਜੀ, ਸ੍ਰੀ ਗੁਰੂ ਜੀ ਸਭ ਸਿੱਖਣ ਮਰਜੀ। ਧੰਨ ਬਾਬਾ ਬੁੱਢਾ ਜੀ ਕਹਿੰਦੇ ਨੇ, ਹੇ ਸਤਿਗੁਰੂ ਜੀ, ਆਪ ਜੀ ਤੋਂ ਕੁਝ ਬਚਨ ਸੁਣਨਾ ਚਾਹੁੰਦੇ ਹਾਂ, ਬੇਨਤੀ ਕਰਨ ਲੱਗਿਆ ਹੈ। ਔਰ ਨਾਲ ਹੀ ਕਹਿੰਦੇ ਨੇ, ਸ੍ਰੀ ਗੁਰੂ ਜੀ ਸਭ ਸਿੱਖਣ ਮਰਜੀ। ਇਹ ਬੇਨਤੀ ਮੇਰੇ ਇਕੱਲੇ ਦੀ ਨਹੀਂ, ਸਾਰੇ ਸਿੱਖਾਂ ਦੀ ਸਾਰੀ ਸੰਗਤ ਦੀ ਹੈ। ਉੱਤਮ ਵਾਹਿਗੁਰੂ ਸਤਨਾਮ, ਉਪਦੇਸ਼ਿਓ ਸੰਗਤ ਨਰਬਾਮ। ਸਤਿਗੁਰੂ ਜੀ ਤੁਸੀਂ ਆਪਣੇ ਸਿੱਖਾਂ ਨੂੰ, ਸੰਗਤਾਂ ਨੂੰ ਸਤਨਾਮ ਵਾਹਿਗੁਰੂ ਜਿਹੜਾ ਬੜਾ ਉੱਤਮ ਹੈ, ਜਿਹੜਾ ਸਭ ਤੋਂ ਉੱਤਮ ਹੈ, ਸੰਗਤ ਵਿੱਚ ਬੈਠੇ ਹੋਏ ਤੁਸੀਂ ਸਾਰਿਆਂ ਨੂੰ ਉਪਦੇਸ਼ ਦਿੰਦੇ ਰਹੇ ਹੋ, ਅੱਜ ਵੀ ਦੇ ਰਹੇ ਹੋ ਕਿ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਸਿਮਰਨ ਨਾਮ ਕਰੇ ਅਠ ਜਾਮ, ਪਦ ਅਬਰਾਮ ਦੇਤ ਸੁਖ ਧਾਮ। ਜਿਹਨੂੰ ਗੁਰੂ ਸਾਹਿਬ ਜੀ ਤੁਸੀਂ ਹੁਕਮ ਕਰਦੇ ਹੋ ਕਿ ਸਤਨਾਮ ਵਾਹਿਗੁਰੂ ਦਾ ਸਿਮਰਨ ਜਿਹੜਾ 8 ਪਹਿਰ ਕਰੇਗਾ, ਸਿਮਰੇ ਨਾਮ ਕਰੇ 8 ਜਾਮ, 8 ਪਹਿਰ ਜਿਹੜਾ ਸਿਮਰੇਗਾ ਉਹਨੂੰ ਪਰਮ ਅਵਸਥਾ ਦੀ ਪ੍ਰਾਪਤੀ ਹੋਵੇਗੀ, ਉਹਨੂੰ ਸੁਦੋਵੀ ਸਿੱਖਾਂ ਦਾ ਘਰ ਮਿਲੇਗਾ, ਸੁੱਖਾਂ ਦਾ ਘਰ ਮਿਲੇਗਾ। ਸਿਰ ਮੁਖ ਤੇ ਇਸ ਅਰਥ ਜਥਾਰਥ, ਸੇਵਕ ਸੁਣੇ ਸੋ ਹੋਏ ਕਰਤਾਰਥ। ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਜੀ ਇਸ ਵਾਹਿਗੁਰੂ ਸ਼ਬਦ ਦੇ ਜਿਹੜੇ ਅਰਥ ਨੇ, ਇਹ ਸਾਰੇ ਸੇਵਕ ਸਿੱਖ ਜੇ ਸਤਿਗੁਰੂ ਜੀ ਇਹਦੇ ਅਰਥ ਆਪ ਜੀ ਦੇ ਮੁਖ ਤੋਂ ਸੁਣਨ, ਸਾਰੇ ਕਰਤਾਰਥ ਹੋ ਜਾਣਗੇ। ਹੁਣ ਸਿੱਧੇ ਸ਼ਬਦਾਂ ਵਿੱਚ ਸਮਝ ਲਈਏ ਕਿ ਸਤਿਗੁਰੂ ਜੀ ਵਾਹਿਗੁਰੂ ਦੇ ਜਿਹੜੇ ਅਰਥ ਨੇ ਉਹ ਕਿਰਪਾ ਕਰਕੇ ਤੁਸੀਂ ਆਪਣੇ ਮੁਖ ਤੋਂ ਸਮਝਾਓ, ਛੇਤੀ ਸਮਝ ਲੱਗਣਗੇ, ਸਾਰਿਆਂ ਦਾ ਭਲਾ ਹੋਵੇਗਾ। ਅੰਤ ਸਮੇਂ ਕੋ ਦਰਸ ਤੁਮਾਰਾ, ਤਥਾ ਬਚਨ ਕੋ ਅਬੇ ਵਿਚਾਰਾ। ਕਿਉਂਕਿ ਸਤਿਗੁਰੂ ਜੀ ਸਰੀਰ ਕਰਕੇ ਇਹ ਤੁਹਾਡੇ ਅੰਤਲੇ ਦਰਸ਼ਨ ਨੇ, ਇਸ ਕਰਕੇ ਇਹ ਵਿਚਾਰ ਜਿਹੜੀ ਹੁਣੇ ਮਨ ਦੇ ਵਿੱਚ ਆਈ ਕਿ ਵਾਹਿਗੁਰੂ ਦੇ ਅਰਥ ਵੀ ਸਮਝ ਲਈਏ, ਸਿੱਖ ਸੁਣ ਲੈਣ, ਆਪ ਜੀ ਦੇ ਮੁਖ ਤੋਂ ਸੁਣ ਲੈਣ। ਯਾ ਤੇ ਸਭਣ ਕੇ ਮਨ ਚਾਹੂ, ਸੁਣਬੇ ਕਹੋ ਵਿਸਾਲ ਉਤਸਾਹੂ। ਇਸ ਕਰਕੇ ਸਤਿਗੁਰੂ ਜੀ ਸਾਰੇ ਸਿੱਖ ਚਾਹੁੰਦੇ ਨੇ, ਸਾਰੇ ਸੁਣਨ ਵਾਸਤੇ ਬੜੇ ਉਤਾਵਲੇ ਨੇ, ਬੜਾ ਉਤਸ਼ਾਹ ਹੈ। ਕਿਰਪਾ ਕਰੋ ਸਭ ਪਰ ਸ੍ਰੀ ਗੁਰੂ ਜੀ, ਪੂਰੋ ਸਰਬ ਲਾਲਸਾ ਉਰਜੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਇਸ ਕਰਕੇ ਸਤਿਗੁਰੂ ਜੀ ਸਾਰਿਆਂ 'ਤੇ ਕਿਰਪਾ ਕਰੋ। ਸਰੀਰ ਤਿਆਗਣ ਤੋਂ ਪਹਿਲਾਂ ਇਹ ਸਾਰਿਆਂ ਦੇ ਮਨ ਦੀ ਜਿਹੜੀ ਲਾਲਸਾ ਹੈ ਇਹ ਪੂਰੀ ਕਰ ਦਿਓ, ਵਾਹਿਗੁਰੂ ਜੀ ਦੇ ਅਰਥ ਸਮਝਾ ਦਿਓ। ਇਸ ਪ੍ਰਕਾਰ ਸੁਣ ਕੇ ਸਭ ਬਾਨੀ, ਹਰ ਸਿੱਖਣ ਮਨ ਕੇ ਗਤ ਜਾਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਬੇਨਤੀ ਸੁਣ ਕੇ ਔਰ ਸਾਰੇ ਸਿੱਖਾਂ ਦੇ ਮਨ ਦੀ ਹਾਲਤ ਵੀ ਜਾਣ ਕੇ, ਕਿ ਸਿੱਖ ਸਾਰੇ ਚਾਹੁੰਦੇ ਨੇ, ਗੁਰੂ ਸਾਹਿਬ ਜੀ ਨੇ ਸਮ ਅੰਮ੍ਰਿਤ ਕੇ ਗਿਰਾ ਰਸਾਲਾ, ਕਹਿ ਸ੍ਰੀ ਨਾਨਕ ਪਰਮ ਕਿਰਪਾਲਾ। ਉਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਰਸ ਵਰਗੇ ਰਸੀਲੇ ਬਚਨ ਫਿਰ ਕਿਰਪਾ ਦੇ ਘਰ ਵਿੱਚ ਆ ਕੇ ਕਹੇ ਤੇ ਕਹਿੰਦੇ ਨੇ, ਦੋਹਰਾ ਸਤਨਾਮ ਸ੍ਰੀ ਵਾਹਿਗੁਰੂ, ਸੁਣੋ ਅਰਥ ਇਸ ਕੇਰ। ਸਤਿਗੁਰੂ ਕਹਿੰਦੇ ਨੇ ਬੁੱਢਾ ਸਾਹਿਬ, ਭਾਈ ਬੁੱਢਾ ਜੀ ਕਹਿੰਦੇ ਸਨ, ਭਾਈ ਬੁੱਢਾ ਜੀ ਸਿੱਖੋ, ਫਿਰ ਸਤਨਾਮ ਵਾਹਿਗੁਰੂ ਜੀ ਦੇ ਅਰਥ ਸੁਣੋ, ਧਿਆਨ ਦੇ ਨਾਲ ਸੁਣੋ। ਜਿਸ ਕੇ ਸਿਮਰਨ ਅਦਕ ਫਲ, ਮਿਟੇ 84 ਫੇਰ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ 84 ਦਾ ਜਿਹੜਾ ਚੱਕਰ ਹੈ, ਗੇੜ ਹੈ, ਉਹ ਕੱਟਿਆ ਜਾਂਦਾ ਹੈ। ਉਸ ਵਾਹਿਗੁਰੂ ਸ਼ਬਦ ਦੇ ਅਰਥ ਸੁਣੋ। ਸਵਈਆ ਗੌਤਮ ਨਾਮ ਅਗਿਆਨ ਮਹਾਨ ਕੋ, ਪਾਏ ਬੰਧਾਨ ਸਦੇਵ ਝੁਰੂ।
ਹੁਣ ਇੱਕ ਸ਼ਬਦ ਹੈ ਵਾਹ, ਅਗਲਾ ਸ਼ਬਦ ਹੈ ਗੁਰੂ। ਗੁਰੂ ਦੇ ਦੋ ਅਰਥ ਨੇ, ਗੋ ਤੇ ਰੂ। ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਗੋ ਸ਼ਬਦ ਹੈ ਨਾ, ਗੋ ਦਾ ਅਰਥ ਹੈ ਹਨੇਰਾ। ਤੇ ਹਨੇਰਾ ਵੀ ਉਹ ਜਿਹੜਾ ਇੰਨਾ ਮਹਾਨ ਹਨੇਰਾ ਹੈ ਅਗਿਆਨਤਾ ਦਾ, ਕਿ ਜਿਹੜੇ ਅਗਿਆਨਤਾ ਦੇ ਹਨੇਰੇ ਵਿੱਚ ਬੰਦਾ ਇਹਨਾਂ ਬੰਧਨਾਂ ਦੇ ਵਿੱਚ ਆਪਣੇ ਆਪ ਨੂੰ ਆਪ ਹੀ ਬੰਨ੍ਹ ਲੈਂਦਾ, ਫਿਰ ਝੂਰਦਾ ਹੈ, ਸਾਰੀ ਜ਼ਿੰਦਗੀ ਝੂਰਦਾ ਹੈ। ਗੋ ਤਮ ਨਾਮ ਅਗਿਆਨ ਮਹਾਨ ਕੋ, ਪਾਏ ਬੰਧਾਨ ਸਦੇਵ ਝੁਰੂ। ਦੇਹ ਅਨੇਕ ਧਰੇ ਜਨਮੇ ਮ੍ਰਿਤ, ਸੰਕਟ ਹੋਤ ਵਿਸ਼ਾਲ ਸੁਰੂ। ਬਸ ਇਸ ਅਗਿਆਨਤਾ ਦੇ ਹਨੇਰੇ ਵਿੱਚ ਫਿਰ ਅਨੇਕਾਂ ਸਰੀਰ ਧਾਰਨ ਕਰਦਾ ਹੈ, ਜੰਮਦਾ ਹੈ, ਮਰਦਾ ਹੈ, ਮਰਦਾ ਹੈ, ਜੰਮਦਾ ਹੈ। ਇਹ ਜਨਮ ਮਰਨ ਦੇ ਸੰਕਟ ਫਿਰ ਬੜੇ ਭੋਗਦਾ, 84 ਦਾ ਗੇੜਾ ਪੈ ਜਾਂਦਾ ਹੈ। ਗੋ ਦਾ ਅਰਥ ਅਗਿਆਨਤਾ ਦਾ ਹਨੇਰਾ। ਸੋ ਤਤਕਾਲ ਬਲੇਨ ਕਰੈ, ਹੋਏ ਜਾਤ ਪ੍ਰਕਾਸ਼ ਰਹਿ। ਇਸ ਰੂਹ, ਅਗਲਾ ਸ਼ਬਦ ਹੈ ਰੂਹ। ਰੂਹ ਦਾ ਆਖਰੀ ਅਰਥ ਪ੍ਰਕਾਸ਼ ਹੈ। ਕਹਿੰਦੇ ਸੋ ਤਤਕਾਲ ਬਲੇਨ ਕਰੈ, ਹੋਏ ਜਾਤ ਪ੍ਰਕਾਸ਼ ਕਹੈ ਇਸ ਰੂਹ। ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਇੱਕ ਖਿਣ ਵਿੱਚ ਖਤਮ ਕਰ ਦੇ, ਉਹਨੂੰ ਕਹਿੰਦੇ ਨੇ ਪ੍ਰਕਾਸ਼। ਔਰ ਦੇਖੋ ਕਈ ਵਾਰੀ ਬੇਨਤੀ ਕੀਤੀ, ਜਿਹੜਾ ਹਨੇਰਾ ਹੈ ਨਾ, ਇੱਕ ਕਮਰਾ ਬੰਦ ਹੋਵੇ, ਭਾਵੇਂ ਉਹ 10 ਸਾਲ ਤੋਂ ਬੰਦ ਹੋਏ, 100 ਸਾਲ ਤੋਂ ਬੰਦ ਹੋਏ, ਅੰਦਰ ਹਨੇਰਾ ਹੈ, ਪਰ ਹਨੇਰੇ ਦੀ ਆਪਣੀ ਹੋਂਦ ਕੋਈ ਨਹੀਂ। ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਕੋਈ 100 ਸਾਲ ਨਹੀਂ ਲੱਗਣਾ, ਕੋਈ 100 ਮਿੰਟ ਨਹੀਂ ਲੱਗਣੇ। ਬਸ ਹਨੇਰੇ ਨੂੰ ਦੂਰ ਕਰਨ ਵਾਸਤੇ ਸਿਰਫ ਇੱਕ ਦੀਵਾ ਬਾਲਣਾ ਹੈ, ਕਿਉਂਕਿ ਹਨੇਰੇ ਦੇ ਆਪਣੀ ਹੋਂਦ ਨੇ, ਚਾਨਣ ਦੇ ਅਣਹੋਂਦ ਹੀ ਹਨੇਰੇ ਦਾ ਨਾਂ ਹੈ, ਔਰ ਗਿਆਨ ਦੇ ਅਣਹੋਂਦ ਹੀ ਅਗਿਆਨਤਾ ਹੈ। ਬਸ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਰੂਹ ਹੈ ਇਹ ਗਿਆਨ ਹੈ, ਇਹ ਪ੍ਰਕਾਸ਼ ਹੈ। ਬਸ ਗਿਆਨ ਆ ਜੇ ਹਨੇਰਾ ਭੱਜ ਜਾਂਦਾ ਹੈ। ਜੋ ਅਚਰਜ ਮਹਾ ਬਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਕਹਿੰਦੇ ਜਿਹੜਾ ਪਰਿਪੂਰਨ ਪਰਮਾਤਮਾ ਮਹਾਨ ਹੈ, ਅਚਰਜ ਹੈ, ਬਿਸਮਾਤ ਰੂਪ ਹੈ, ਬਸ ਉਸ ਹਸਤੀ ਨੂੰ ਜਿਹੜਾ ਪ੍ਰਕਾਸ਼ ਕਰਨ ਵਾਲਾ ਹੈ, ਪ੍ਰਕਾਸ਼ਿਤ ਕਰਦਾ ਹੈ, ਉਸੇ ਨੂੰ ਕਿਹਾ ਜਾਂਦਾ ਵਾਹ ਗੁਰੂ। ਅਗਿਆਨਤਾ ਦਾ ਹਨੇਰਾ ਕੱਟਣ ਵਾਲਾ ਵਾਹ ਹੈ, ਉਹਨੂੰ ਧੰਨ ਕਹੋ। ਬਸ ਇਸੇ ਲਈ ਕਹਿੰਦੇ ਨੇ ਸਦਾ ਮੁਖ ਤੋਂ ਕਹੋ ਵਾਹਿਗੁਰੂ, ਕਹੋ ਮੁਖ ਵਾਹਿਗੁਰੂ। ਆਓ 1-2 ਮਿੰਟ ਵਾਹਿਗੁਰੂ ਕਹਿ ਲਈਏ, ਫਿਰ ਅੱਗੇ ਗੁਰੂ ਸਾਹਿਬ ਜੀ ਜਿਵੇਂ ਕਿਰਪਾ ਕਰਨਗੇ ਕੱਲ੍ਹ ਵਿਚਾਰਾਂਗੇ ਹੋਈਆਂ ਭੁੱਲਾਂ ਦੀ ਕੀਮਾ। ਵਾਹਿਗੁਰੂ ਵਾਹਿਗੁਰੂ।